ਸਤਿ ਸ਼੍ਰੀ ਅਕਾਲ ਜੀ। ਇਤਿਹਾਸ ਜਿਹੜਾ ਉਹ ਹਰ ਮਿੰਟ ਆਪਣੇ ਪਿੱਛੇ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਛੱਡਦਾ ਜਾਂਦਾ ਜਿਹਨੂੰ ਕਿ ਜਦੋਂ ਸਮਾਂ ਆਉਂਦਾ ਤਾਂ ਅਗਲੀਆਂ ਨਸਲਾਂ ਉਹਨੂੰ ਪੜ੍ਹਦੀਆਂ ਨੇ, ਅਗਲੀਆਂ ਪੀੜ੍ਹੀਆਂ ਉਹਨੂੰ ਪੜ੍ਹਦੀਆਂ ਨੇ, ਕਿਸ ਸਮੇਂ ਦੇ ਵਿੱਚ ਕੀ ਹੋਇਆ ਸੀ। ਜਿਹੜੇ ਲੋਕ ਕਿਸੇ ਵੀ ਸਮੇਂ ਦੇ ਵਿੱਚ ਜਿਉਂਦੇ ਰਹੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਤਿਹਾਸ ਦੇ ਵਿੱਚ ਫਿਰ ਯਾਦ ਕੀਤਾ ਜਾਂਦਾ। ਜੇ ਤੁਸੀਂ ਉਹ ਚਾਹੇ ਧਾਰਮਿਕ ਪੁਆਇੰਟ ਆਫ ਵਿਊ ਦੇ ਨਾਲ ਕਿਸੇ ਨੂੰ ਦੇਖ ਲਓ, ਸਿਆਸਤ ਜਿਹੜੀ ਪਹਿਲਾਂ ਰਾਜੇਸ਼ਾਹੀ ਹੁੰਦੀ ਸੀ, ਆਪਾਂ ਜੇ ਇਤਿਹਾਸ ਦੇਖਦੇ ਹਾਂ ਏਡੀ ਤੋਂ ਸ਼ੁਰੂ ਕਰਦੇ ਹਾਂ, ਜਦੋਂ ਜਿਸ ਤਰੀਕੇ ਦੇ ਨਾਲ ਕਿ ਉਦੋਂ ਕਿਵੇਂ ਕਿਵੇਂ ਬਦਲਦੇ ਰਹੇ, ਮੁਗਲ ਸਾਮਰਾਜ ਦਾ ਜ਼ਿਕਰ ਆਉਂਦਾ। ਔਰ ਉਸ ਤੋਂ ਬਾਅਦ ਫਿਰ ਜਿਵੇਂ ਜੇ ਆਪਾਂ ਪੰਜਾਬ ਦੇ ਖਿੱਤੇ ਦੀ ਗੱਲ ਕਰੀਏ ਤਾਂ ਇੱਥੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਰਾਜ ਜਿਹੜਾ ਆਉਂਦਾ। ਮੁਗਲ ਸਾਮਰਾਜ ਦੇ ਵਿੱਚ ਗੁਰੂ ਸਾਹਿਬਾਨ ਦਾ ਜ਼ਿਕਰ ਆਉਂਦਾ, ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦਾ ਜ਼ਿਕਰ ਆਉਂਦਾ। ਇਹ ਉਹ ਚੀਜ਼ਾਂ ਨੇ ਜਿਨ੍ਹਾਂ ਨੂੰ ਯਾਦ ਰੱਖਣਾ ਬੜਾ ਜ਼ਰੂਰੀ ਹੈ, ਜਿਨ੍ਹਾਂ ਦੀ ਗੱਲ ਜਿਹੜੀ ਉਹ ਹੁੰਦੀ ਰਹਿਣੀ ਬੜੀ ਜ਼ਰੂਰੀ ਹੈ, ਤਾਂ ਕਿ ਜਿਹੜੀਆਂ ਸਾਡੀ ਡਿਊਟੀ ਇਹ ਬਣਦੀ ਹੈ ਕਿ ਅਗਲੀਆਂ ਨਸਲਾਂ ਨੂੰ, ਅਗਲੀਆਂ ਪੀੜ੍ਹੀਆਂ ਨੂੰ ਇਹ ਦੱਸ ਕੇ ਜਾਈਏ ਕਿ ਅਸੀਂ ਜਿਹੜੇ ਇਤਿਹਾਸ ਪੜ੍ਹੇ ਨੇ ਆਪਣੇ ਵੱਡ ਵਡੇਰਿਆਂ ਤੋਂ, ਆਪਣੇ ਟੀਚਰ ਸਾਹਿਬਾਨ ਤੋਂ। ਅੱਜ ਇਹ ਠੀਕ ਹੈ ਕਿ ਇਸ ਤਰ੍ਹਾਂ ਦਾ ਰਿਹਾ ਨਹੀਂ ਬਹੁਤਾ ਜਿਹੜਾ, ਕਿਉਂਕਿ ਕਿਤਾਬੀ ਕੀੜੇ ਬਣ ਗਏ ਜਿਹੜੇ ਨਵੀਂ ਜਨਰੇਸ਼ਨ ਆ, ਉਹਨਾਂ ਦਾ ਇੰਟਰਸਟ ਘਟ ਗਿਆ ਜਿਹੜੀਆਂ ਪੁਰਾਣੀਆਂ ਚੀਜ਼ਾਂ ਸੀ ਪੁਰਾਣੇ ਇਤਿਹਾਸ ਦੇ ਵਿੱਚ। ਮੈਨੂੰ ਯਾਦ ਹੈ ਕਿ ਸਾਡੇ ਟੀਚਰ ਹੁੰਦੇ ਸਨ, ਵੈਸੇ ਤਾਂ ਉਹ ਮੈਥ ਦੇ ਟੀਚਰ ਸੀਗੇ, ਕੇਵਲ ਕ੍ਰਿਸ਼ਨ ਹੋਰੀ, ਪਰ ਉਹ ਹਿਸਟਰੀ ਬਹੁਤ ਕਮਾਲ ਦੀ ਜਾਣਦੇ ਸਨ। ਅਤੇ ਅਕਸਰ ਜਦੋਂ ਨਹੀਂ ਸੀ, ਜਿਹੜਾ ਹਫਤੇ ਦੇ ਵਿੱਚ ਇੱਕ ਅੱਧਾ ਦਿਨ ਹੋ ਜਾਂਦਾ ਸੀਗਾ, ਜਦੋਂ ਉਹਨਾਂ ਨੂੰ ਮਜਬੂਰ ਕਰਦੇ ਸੀ ਅਸੀਂ ਵੀ ਅੱਜ ਬਾਕੀ ਪੜ੍ਹਾਈ ਰਹਿਣ ਦਿਓ, ਅੱਜ ਇਤਿਹਾਸ ਦੀ ਗੱਲ ਸਾਨੂੰ ਸੁਣਾਓ। ਉਹ ਜਿਹੜੇ ਇਤਿਹਾਸ ਉਦੋਂ ਦੇ ਸੁਣੇ ਹੋਏ, ਉਹਨਾਂ ਦਾ ਇੱਕ ਅੰਦਾਜ਼ੇ ਬਿਆਨ ਜਿੱਦਾਂ ਹੁੰਦਾ, ਉਹ ਬੜਾ ਕਮਾਲ ਸੀਗਾ। ਮੂੰਹ ਜ਼ਬਾਨੀ ਯਾਦ ਸੀ, ਉਹ ਫਿਰ ਉਹ ਸੁਣਾਉਣਾ ਸ਼ੁਰੂ ਕਰ ਦਿੰਦੇ ਸੀ। ਟਿਊਸ਼ਨ ਪੜ੍ਹਦੇ ਹੁੰਦੇ ਸੀ ਉਹਨਾਂ ਕੋਲੇ, ਅਤੇ ਉਹ ਅੱਖਾਂ ਬੰਦ ਕਰਕੇ ਜਿਹੜਾ ਉਹ ਇਤਿਹਾਸ ਸੁਣਾਉਣਾ ਸ਼ੁਰੂ ਕਰ ਦਿੰਦੇ ਹੁੰਦੇ ਸੀ ਕਿ ਕਿਵੇਂ ਕਿਵੇਂ ਰਿਹਾ। ਫਿਰ ਉਹਨਾਂ ਨੇ ਕਹਿਣਾ ਮੈਨੂੰ ਇਹ ਦੱਸੋ ਕਿ ਪਿਛਲੀ ਵਾਰੀ ਕਿੱਥੇ ਛੱਡਿਆ ਸੀ। ਉਹ ਇੱਕ ਤਰੀਕਾ ਹੁੰਦਾ ਸੀ ਉਹਨਾਂ ਦਾ ਇਹ ਜਾਣਨ ਦਾ ਵੀ ਇਹਨਾਂ ਨੂੰ ਜਿਹੜਾ ਮੈਂ ਪਿੱਛੇ ਦੱਸਿਆ ਸੀ, ਸੁਣਾਇਆ ਸੀ, ਉਹ ਯਾਦ ਹੈ। ਇਹ ਉਹ ਚੀਜ਼ਾਂ ਨੇ ਜੇ ਕਿਤਾਬਾਂ ਦੇ ਵਿੱਚ ਪੜ੍ਹੀਆਂ ਹੁੰਦੀਆਂ ਤੇ ਸ਼ਾਇਦ ਚੇਤੇ ਨਾ ਰਹਿੰਦੀਆਂ। ਉਹਨਾਂ ਨੇ ਬਿਨਾਂ ਕਿਤਾਬਾਂ ਤੋਂ ਇਹ ਪੜ੍ਹਾਇਆ, ਇਸ ਕਰਕੇ ਉਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਅੱਜ ਵੀ ਰਟੀਆਂ ਹੋਈਆਂ ਨੇ ਇੰਨੇ ਸਾਲ ਬੀਤ ਜਾਣ ਤੋਂ ਬਾਅਦ। ਔਰ ਜਿਹੜਾ ਇਹ ਇਤਿਹਾਸ ਹੈ ਇਹਦੇ ਵਿੱਚ ਜਿਹੜੀ ਰੁਚੀ ਹੈ, ਕਿਉਂਕਿ ਇਹ ਬੋਰਿੰਗ ਸਬਜੈਕਟ ਹੈ, ਜਿਹੜਾ ਹੁਣ ਏਡੀ ਦਾ ਇਤਿਹਾਸ ਪੜ੍ਹਨਾ, ਮੇਰੇ ਕੋਲ ਆਪਣੀਆਂ ਜਿਹੜੀਆਂ ਕਿਤਾਬਾਂ ਨੇ ਉਹਦੇ ਵਿੱਚ 3 ਜਿਹੜੇ ਭਾਰਤ ਦਾ ਇਤਿਹਾਸ ਹੈ 780 ਏਡੀ ਤੋਂ ਸ਼ੁਰੂ ਹੋ ਕੇ 1947 ਤੱਕ ਦਾ, 3 ਡਿਫਰੈਂਟ ਰਾਈਟਰਸ ਦਾ ਕਦੋਂ ਕੀ ਹੋਇਆ। ਇਹਦੀ ਜਿਹੜੀ ਰੁਚੀ ਆ ਇਹ ਉਹਨਾਂ ਦੀ ਵਜ੍ਹਾ ਕਰਕੇ ਭਈ ਇਸ ਇਤਿਹਾਸ ਦੇ ਵਿੱਚ। ਮੈਂ ਅੱਜ ਵੀ ਇਤਿਹਾਸ ਦਾ ਸਟੂਡੈਂਟ ਹਾਂ, ਜਾਣਨਾ ਚਾਹੁੰਦਾ ਕਿ ਕੀ ਹੋਇਆ, ਕਦੋਂ ਕੀ ਹੋਇਆ ਸੀਗਾ, ਉਹਦੀ ਵੱਧ ਤੋਂ ਵੱਧ ਜਾਣਕਾਰੀ ਜਿਹੜੀ ਉਹ ਲੈ ਸਕਣਾ। ਇਹ ਐਸਾ ਅਥਾਹ ਸਮੁੰਦਰ ਹੈ, ਇਹਦੇ ਵਿੱਚ ਜੇ ਤੁਸੀਂ ਹੋਰ ਤੁਰੇ ਜਾਂਦੇ ਆ ਅੱਗੇ ਤੋਂ ਅੱਗੇ, ਤੁਹਾਨੂੰ ਹੋਰ ਨੌਲੇਜ ਮਿਲੀ ਜਾਂਦੀ ਹੈ। ਤੁਹਾਨੂੰ ਇਹ ਲੱਗਦਾ ਜੋ ਮੈਂ ਪਹਿਲਾਂ ਪੜ੍ਹਿਆ ਸੀਗਾ ਉਹ ਕੁਛ ਨਹੀਂ ਸੀਗਾ, ਇਹ ਅੱਗੇ ਹੋਰ ਇਹਦੇ ਵਿੱਚੋਂ ਆ ਗਿਆ। ਫਲਾਂ ਨੇ ਇਹਨੂੰ ਇਸ ਤਰੀਕੇ ਨਾਲ ਕੋਡ ਕੀਤਾ। ਸਮਕਾਲੀ ਲੇਖਕ ਜਿਹੜੇ ਨੇ ਕਈਆਂ ਜਗ੍ਹਾ ਦੇ ਉੱਤੇ ਉਹਨਾਂ ਦਾ ਆਪਸ ਦੇ ਵਿੱਚ ਕੰਟਰਾਡਿਕਸ਼ਨ ਵੀ ਦੇਖਣ ਨੂੰ ਮਿਲਦਾ। ਡਾਕਟਰ ਗੰਡਾ ਸਿੰਘ ਹੋਰਾਂ ਦਾ ਜਿਹੜਾ ਇਤਿਹਾਸ ਜਿਹੜਾ ਉਹਨਾਂ ਨੇ ਲਿਖਿਆ, ਖਾਸ ਤੌਰ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੇ ਵਾਸਤੇ, ਉਹ ਮੇਰਾ ਪਸੰਦੀਦਾ ਰਾਈਟਰ ਨੇ। ਉਹਦਾ ਇੱਕ ਜਿਹੜਾ ਪ੍ਰਮੁੱਖ ਕਾਰਨ ਇਹ ਹੈ ਕਿ ਡਾਕਟਰ ਗੰਡਾ ਸਿੰਘ ਹੋਰੀ ਸਮਕਾਲੀ ਲੇਖਕਾਂ ਦੇ ਹਵਾਲੇ ਜ਼ਰੂਰ ਦਿੰਦੇ ਆ। ਮੈਂ ਤਾਂ ਕਰਕੇ ਇਸ ਇਤਿਹਾਸ ਦੀ ਗੱਲ ਅੱਜ ਤੁਹਾਡੇ ਨਾਲ ਕਰਨੀ ਚਾਹੀ, ਜਾਂ ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਉਹ ਕਰਨੀਆਂ ਚਾਹੀਆਂ ਕਿ ਜਿਹੜਾ ਆਪਾਂ ਜਦੋਂ ਹੁਣ ਗੱਲ ਕਰ ਰਹੇ ਹਾਂ, ਇਹ ਵੀ ਇਤਿਹਾਸ ਦੇ ਵਿੱਚ ਬੜੇ ਇਸ ਤਰ੍ਹਾਂ ਦੇ ਦਿਨ ਨੇ ਜਿਹੜੇ ਕਿ ਯਾਦ ਕੀਤੇ ਜਾਂਦੇ ਰਹੇ। ਅੱਜ ਕਿਸਾਨ ਅੰਦੋਲਨ ਨੂੰ ਇਹਦਾ ਥੋੜ੍ਹਾ ਜਿਹਾ ਕ੍ਰੈਡਿਟ ਜਾਂਦਾ ਕਿ ਉਹਨਾਂ ਨੇ ਫਿਰ ਲੋਕਾਂ ਨੂੰ ਚੇਤੇ ਕਰਾਤੇ ਕਿ ਇਹ ਦਿਨ ਕਿਹੜੇ ਸੀਗੇ। ਇਹ ਐਮਰਜੈਂਸੀ ਲੱਗਣ ਵਾਲੇ ਦਿਨ ਸੀ,
ਜਦੋਂ ਭਾਰਤ ਦੇ ਵਿੱਚ ਲੋਕਤੰਤਰ ਦੇ ਵਿੱਚ ਕਾਲੇ ਦਿਨ ਜਿਹੜੇ ਉਹ ਕਹੇ ਜਾਂਦੇ ਆ। ਆਪਾਂ ਅਕਸਰ ਇਹ ਗੱਲ ਕਰਦੇ ਹਾਂ ਕਿ ਐਮਰਜੈਂਸੀ ਲੱਗੀ ਭਾਰਤ ਦੇ ਵਿੱਚ। ਐਮਰਜੈਂਸੀ ਕਿਉਂ ਲੱਗੀ, ਉਹਦੇ ਕੁਝ ਮਿੰਟ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਹਾਂ। 25 ਤੇ 26 ਜੂਨ ਦੀ ਰਾਤ ਸੀਗੀ ਜਦੋਂ ਇਹ ਐਮਰਜੈਂਸੀ ਲੱਗੀ। ਉਦੋਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹੋਰਾਂ ਦੇ ਵੱਲੋਂ ਇਹ ਐਮਰਜੈਂਸੀ ਜਿਹੜੀ ਲਾਈ ਗਈ। ਹੋਇਆ ਇਹ ਕਿ 12 ਜੂਨ 1975 ਨੂੰ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਇੱਕ ਫੈਸਲਾ ਆਉਣਾ ਸੀ ਜਿਹਦੇ ਉੱਤੇ ਪੂਰੀਆਂ ਨਿਗਾਹਾਂ ਲੱਗੀਆਂ ਹੋਈਆਂ ਸੀਗੀਆਂ। ਜਸਟਿਸ ਜਗਮੋਹਨ ਲਾਲ ਸਿਨਹਾ ਦੇ ਵੱਲੋਂ ਸੁਣਾਏ ਜਾਣ ਵਾਲੇ ਫੈਸਲੇ ਦੇ ਉੱਤੇ ਇਹ ਨਿਗਾਹਾਂ ਸੀਗੀਆਂ। ਐਕਚੁਅਲੀ ਜਸਟਿਸ ਜਗਮੋਹਨ ਲਾਲ ਸਿਨਹਾ ਹੁਰੀ ਇੰਦਰਾ ਗਾਂਧੀ ਬਨਾਮ ਰਾਜ ਨਾਰਾਇਣ ਮਾਮਲੇ ਦੇ ਵਿੱਚ ਫੈਸਲਾ ਸੁਣਾਉਣ ਵਾਲੇ ਸੀ। ਹੋਇਆ ਕੀ ਸੀਗਾ ਕਿ 1971 ਦੀਆਂ ਚੋਣਾਂ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਸੀਗਾ। ਇਹਨਾਂ ਚੋਣਾਂ ਦੇ ਵਿੱਚ ਇੰਦਰਾ ਗਾਂਧੀ ਹੋਰਾਂ ਨੇ ਰਾਏਬਰੇਲੀ ਤੋਂ ਰਾਜ ਨਾਰਾਇਣ ਨੂੰ ਹਰਾ ਦਿੱਤਾ ਸੀਗਾ ਚੋਣ ਦੇ ਵਿੱਚ, ਤੇ ਹਾਰਨ ਤੋਂ ਬਾਅਦ ਰਾਜ ਨਾਰਾਇਣ ਹੋਰਾਂ ਨੇ ਇਹਨਾਂ ਨਤੀਜਿਆਂ ਨੂੰ ਚੈਲੰਜ ਕਰ ਦਿੱਤਾ, ਅਦਾਲਤ ਦੇ ਵਿੱਚ ਚੁਣੌਤੀ ਦੇ ਦਿੱਤੀ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਤੁਸੀਂ ਪੱਛਮੀ ਬੰਗਾਲ ਦੇ ਵਿੱਚ ਪਿਛਲੇ ਦਿਨੀ ਦੇਖਿਆ, ਨੰਦੀਗ੍ਰਾਮ ਵਾਲੀ ਸੀਟ ਬੜੀ ਚਰਚਿਤ ਰਹੀ, ਉੱਥੋਂ ਸ਼ੁਭਿੰਦੂ ਅਧਿਕਾਰੀ ਜਿੱਤ ਗਏ। ਜਿੱਤੇ ਕਿਹੜੇ ਤਰੀਕੇ ਨਾਲ ਉਹ ਅਜੇ ਹੁਣ ਅਦਾਲਤ ਦੇ ਵਿੱਚ ਆਊਗਾ ਮਾਮਲਾ, ਉਹ ਚੈਲੰਜ ਹੋਇਆ ਹੋਇਆ ਅਦਾਲਤ 'ਚ। ਇਹ ਸਮਾਂ ਉਦੋਂ ਤੁਸੀਂ ਉਹ ਦੇਖਿਆ ਹੋਣਾ, ਥੋੜ੍ਹਾ ਜਿਹਾ ਕੰਪੈਰੀਜ਼ਨ ਕਰਦੇ ਰਹਿਣਾ ਨਾਲ ਦੀ ਨਾਲ। ਉਦੋਂ ਜਿਹੜੇ ਰਾਜਪਾਲ ਸੀ ਉਹਨਾਂ ਨੇ ਵੀ ਵਧਾਈ ਦੇ ਦਿੱਤੀ ਮਮਤਾ ਬੈਨਰਜੀ ਹੋਰਾਂ ਨੂੰ, ਵਧਾਈਆਂ ਤੁਸੀਂ ਜਿੱਤ ਗਏ। ਉਦੋਂ ਬਾਅਦ ਇੱਕਦਮ ਨਤੀਜਾ ਇਹ ਡਿਕਲੇਅਰ ਕਰ ਦਿੱਤਾ ਗਿਆ ਵੀ ਨਹੀਂ, ਸ਼ੁਭਿੰਦੂ ਅਧਿਕਾਰੀ ਜਿੱਤ ਗਏ। ਹੁਣ ਉਹਦਾ ਅਦਾਲਤ ਦਾ ਕੀ ਫੈਸਲਾ ਆਉਂਦਾ ਉਹ ਬਾਅਦ ਵਾਲੀ ਗੱਲ ਹੈ। ਇਹ ਫੈਸਲਾ ਜਿਹੜਾ ਸੀਗਾ ਇਹ ਜੂਨ 1975 ਦੇ ਵਿੱਚ 12 ਜੂਨ ਨੂੰ ਆਇਆ। ਇਹਦੇ ਵਿੱਚ ਉਹਨਾਂ ਨੇ ਇਸ ਫੈਸਲੇ ਦੇ ਵਿੱਚ ਜਿਹੜੇ ਜਸਟਿਸ ਸੀ ਉਹਨਾਂ ਨੇ ਇੰਦਰਾ ਗਾਂਧੀ ਹੋਰਾਂ ਦੇ ਉੱਤੇ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ, ਚੋਣਾਂ ਦੇ ਵਿੱਚ ਘੁਟਾਲੇ, ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ ਸੀਗਾ ਤੇ ਇਸ ਚੋਣ ਨੂੰ ਰੱਦ ਕਰਨ ਦੀ ਮੰਗ ਕੀਤੀ ਸੀਗੀ। 12 ਜੂਨ ਸਵੇਰੇ 10 ਵਜੇ ਜਸਟਿਸ ਸਿਨਹਾ ਹੋਰਾਂ ਨੇ ਇਹ ਫੈਸਲਾ ਸੁਣਾਇਆ। ਇਸ ਫੈਸਲੇ ਦੇ ਵਿੱਚ ਉਹਨਾਂ ਨੇ ਉਦੋਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹੋਰਾਂ ਨੂੰ ਚੋਣਾਂ ਦੇ ਵਿੱਚ ਧਾਂਦਲੀ ਦਾ ਦੋਸ਼ੀ ਕਰਾਰ ਦਿੱਤਾ, ਚੋਣ ਰੱਦ ਕਰਤੀ। ਜਸਟਿਸ ਸਿਨਹਾ ਹੋਰਾਂ ਨੇ ਇਹ ਵੀ ਗੱਲ ਕਹੀ ਕਿ 6 ਸਾਲਾਂ ਤੱਕ ਇੰਦਰਾ ਗਾਂਧੀ ਹੋਰੀ ਹੁਣ ਕੋਈ ਹੋਰ ਚੋਣ ਨਹੀਂ ਲੜ ਸਕਦੇ। ਭਾਰਤ ਦੇ ਇਤਿਹਾਸ ਦੇ ਵਿੱਚ ਇਹ ਪਹਿਲਾ ਫੈਸਲਾ ਸੀਗਾ ਆਜ਼ਾਦੀ ਤੋਂ ਬਾਅਦ ਦਾ ਕਿ ਜਦੋਂ ਕਿਸੇ ਅਦਾਲਤ ਨੇ ਮੌਜੂਦਾ ਪ੍ਰਧਾਨ ਮੰਤਰੀ ਦੀ ਚੋਣ ਇਉਂ ਰੱਦ ਕਰ ਦਿੱਤੀ ਹੋਵੇ ਤੇ ਉਹਦੇ ਉੱਤੇ 6 ਸਾਲ ਚੋਣ ਕੋਈ ਨਾ ਲੜਨ ਦੀ ਪਾਬੰਦੀ ਜਿਹੜੀ ਉਹ ਲਾ ਦਿੱਤੀ ਹੋਵੇ। ਔਰ ਇੰਦਰਾ ਗਾਂਧੀ ਹੋਰੀ ਕਿਸੇ ਵੀ ਕੀਮਤ ਦੇ ਉੱਤੇ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਦੇ ਵਾਸਤੇ ਤਿਆਰ ਨਹੀਂ ਸੀ। ਉਹਨਾਂ ਨੇ ਇਸ ਮਾਮਲੇ ਦੇ ਉੱਤੇ ਹਾਈ ਕੋਰਟ ਦਾ ਜਿਹੜਾ ਫੈਸਲਾ ਸੀਗਾ ਉਹਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰ ਦਿੱਤਾ। ਜਦੋਂ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਜਿਹੜਾ ਹੋ ਗਿਆ ਤੇ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਕਿ ਹਾਈ ਕੋਰਟ ਦਾ ਇਹ ਫੈਸਲਾ ਰੱਦ ਕੀਤਾ ਜਾਵੇ। 23 ਜੂਨ 1975 ਨੂੰ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਇਹ ਪਟੀਸ਼ਨ ਦਾਇਰ ਕੀਤੀ। ਅਗਲੇ ਦਿਨ ਜਸਟਿਸ VR ਕ੍ਰਿਸ਼ਨਾ ਅਈਅਰ ਸਨ ਸੁਪਰੀਮ ਕੋਰਟ ਦੇ ਜਿਹੜੇ ਉਹ ਜਸਟਿਸ, ਉਹਨਾਂ ਨੇ ਇਹਦੇ ਉੱਤੇ ਫੈਸਲਾ ਸੁਣਾਇਆ। ਉਹਨਾਂ ਨੇ ਇਹ ਗੱਲ ਕਹੀ ਕਿ ਹਾਈ ਕੋਰਟ ਦੇ ਫੈਸਲੇ ਦੇ ਉੱਤੇ, ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਦੇ ਉੱਤੇ ਉਹ ਪੂਰੇ ਤਰੀਕੇ ਦੇ ਨਾਲ ਰੋਕ ਨਹੀਂ ਲਾਉਣਗੇ, ਪਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆਪਣੇ ਅਹੁਦੇ ਦੇ ਉੱਤੇ ਬਣੇ ਰਹਿ ਸਕਦੇ ਆ। ਨਾਲ ਹੀ ਇਹ ਵੀ ਕਹਿਤਾ ਕਿ ਉਹ ਸੰਸਦ ਦੀ ਕਿਸੇ ਕਾਰਵਾਈ ਦੇ ਵਿੱਚ ਹਿੱਸਾ ਨਹੀਂ ਲੈਣਗੇ ਤੇ ਉਹਨਾਂ ਨੂੰ ਵੋਟ ਨਹੀਂ ਉਹ ਪਾ ਸਕਣਗੇ। ਮਤਲਬ ਕਿ ਅੱਧ ਪਚੱਧਾ ਦਾ ਜਿਹੜਾ ਫੈਸਲਾ ਸੀਗਾ ਉਹ ਹਾਈ ਕੋਰਟ ਵਾਲਾ ਰਹਿਣ ਦਿੱਤਾ, ਪਰ ਪ੍ਰਧਾਨ ਮੰਤਰੀ ਉਹਨਾਂ ਨੂੰ ਰਹਿਣ ਦਿੱਤਾ ਗਿਆ। ਇਸ ਕਰਕੇ ਬੜਾ ਇਹਦਾ ਜਿਹੜਾ ਸੀਗਾ ਉਹ ਅਸਰ ਪਿਆ। ਜੇ ਸੁਪਰੀਮ ਕੋਰਟ ਉਦੋਂ ਹਾਈ ਕੋਰਟ ਦੇ ਫੈਸਲੇ ਨੂੰ ਕਾਇਮ ਰੱਖਦੇ ਤਾਂ ਇੰਦਰਾ ਗਾਂਧੀ ਹੋਰਾਂ ਦੇ ਕੋਲੇ ਕੋਈ ਰਾਹ ਨਹੀਂ ਸੀ ਬਚਣਾ ਕਿ ਉਹਨਾਂ ਨੂੰ ਅਹੁਦੇ ਤੋਂ ਅਸਤੀਫਾ ਦੇਣਾ ਪੈਂਦਾ, ਤੇ ਜੇ ਅਹੁਦੇ ਤੋਂ ਅਸਤੀਫਾ ਦੇਣਾ ਪੈਂਦਾ ਸ਼ਾਇਦ ਮੁਲਕ ਜਿਹੜਾ ਸੀ ਉਹ ਐਮਰਜੈਂਸੀ ਤੋਂ ਬਚ ਜਾਂਦਾ। ਸੁਪਰੀਮ ਕੋਰਟ ਨੇ ਜਿਹੜਾ ਸੀਗਾ ਇੰਨੀ ਇੱਕ ਰਾਹਤ ਜਿਹੜੀ ਉਹ ਦਿੱਤੀ। ਪ੍ਰਧਾਨ ਮੰਤਰੀ ਜਿਹੜੇ ਉਦੋਂ ਦੇ ਸਨ ਇੰਦਰਾ ਗਾਂਧੀ ਹੋਰੀ, ਉਹਨਾਂ ਲਈ ਇਹ ਅਨਫ ਨਹੀਂ ਸੀਗੀ। ਇਹ ਕਿਹਾ ਜਾਂਦਾ ਕਿ ਉਹਨਾਂ ਦੇ ਕੋਲੇ ਰਾਹ ਜਿਹੜਾ ਇੱਕ ਹੈਗਾ ਸੀਗਾ ਕਿ ਉਹ ਕਿਸੇ ਖਾਸਮ ਖਾਸ ਨੂੰ ਆਪਣੇ ਨੂੰ ਪ੍ਰਧਾਨ ਮੰਤਰੀ ਬਣਾ ਦੇਣ। ਇਹ ਕਿਹਾ ਜਾ ਰਿਹਾ ਕਿ ਸੰਜੇ ਗਾਂਧੀ ਹੋਰਾਂ ਦੀ ਗੱਲ ਚੱਲੀ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇ ਉਦੋਂ, ਪਰ ਉਹਨਾਂ ਨੇ ਇਹ ਅਹੁਦਾ ਸਵੀਕਾਰ ਨਾ ਕੀਤਾ। ਸ਼ਾਇਦ ਉਹ ਇਹਦੇ ਵਾਸਤੇ ਪ੍ਰਪੇਅਰ ਨਹੀਂ ਸੀਗੇ।
ਇੱਕ ਪਾਸੇ ਇੰਦਰਾ ਗਾਂਧੀ ਹੋਰਾਂ ਨੂੰ ਅਦਾਲਤ ਤੋਂ, ਸੁਪਰੀਮ ਕੋਰਟ ਤੋਂ ਕੋਈ ਰਾਹਤ ਨਹੀਂ ਸੀ ਮਿਲੀ, ਦੂਜੇ ਪਾਸੇ ਉਦੋਂ ਇੱਕ ਹਨੇਰੀ ਵਾਂਗੂ ਚੜ੍ਹੇ ਆਉਂਦੇ ਜੈ ਪ੍ਰਕਾਸ਼ ਨਾਰਾਇਣ ਜਿਹੜੇ ਸੀਗੇ, ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਵਿਰੋਧੀ ਧਿਰਾਂ ਤੇ ਲੋਕਾਂ ਨੂੰ ਨਾਲ ਲੈ ਕੇ ਸੜਕਾਂ ਦੇ ਉੱਤੇ ਲੋਕਾਂ ਦਾ ਹਜੂਮ ਲੈ ਆਂਦਾ। ਉਹਨਾਂ ਨੂੰ ਲੋਕ ਨਾਇਕ ਦੇ ਤੌਰ ਦੇ ਉੱਤੇ ਇਸੇ ਕਰਕੇ ਜਾਣਿਆ ਜਾਂਦਾ ਕਿ ਉਹਨਾਂ ਨੇ ਏਡੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਉਹ ਸੜਕਾਂ ਦੇ ਉੱਤੇ ਕੱਢ ਰਹੇ ਸੀ, ਔਰ ਉਹ ਹਾਈ ਕੋਰਟ ਦਾ ਜਿਹੜਾ ਫੈਸਲਾ ਆਇਆ ਸੀ ਉਹਨੂੰ ਲਾਗੂ ਕਰਨ ਦੀ ਗੱਲ ਕਹਿੰਦਿਆਂ ਹੋਇਆ ਇਹ ਕਹਿ ਰਹੇ ਸੀ ਕਿ ਇੰਦਰਾ ਗਾਂਧੀ ਹੁਰੀ ਆਪਣੇ ਅਹੁਦੇ ਤੋਂ ਅਸਤੀਫਾ ਦੇਣ। ਇਹ ਗੱਲ ਜਿਹੜੀ ਉਹ ਕਈ ਉਦੋਂ ਜਾਰੀ ਸੀਗੀ। ਜਦੋਂ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ ਤੇ ਜਿਹੜੀ ਵਿਰੋਧੀ ਧਿਰਾਂ ਤੇ ਜੈ ਪ੍ਰਕਾਸ਼ ਨਾਰਾਇਣ ਜਿਹੜੇ ਸੀ ਉਹ ਹੋਰ ਉਹਨਾਂ ਦੇ ਤੇਵਰ ਤਿੱਖੇ ਹੋ ਗਏ। 24 ਜੂਨ ਨੂੰ ਜਿਹੜਾ ਸੀਗਾ ਇਹ ਫੈਸਲਾ ਆਇਆ। 25 ਜੂਨ ਨੂੰ ਜੈ ਪ੍ਰਕਾਸ਼ ਨਾਰਾਇਣ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਇੱਕ ਰੈਲੀ ਕਰ ਦਿੱਤੀ। ਬਹੁਤ ਵੱਡੀ ਇਹ ਰੈਲੀ ਹੋਈ ਔਰ ਮੁਲਕ ਦੀ ਇਤਿਹਾਸ ਦੇ ਵਿੱਚ ਜਿਹੜੀਆਂ ਬਹੁਤ ਵੱਡੀਆਂ ਰੈਲੀਆਂ ਨੇ ਉਹਨਾਂ ਦੇ ਵਿੱਚੋਂ ਅੱਜ ਵੀ ਇਹਦਾ ਇੱਕ ਜਿਹੜਾ ਉਹ ਇਤਿਹਾਸ ਹੈ। ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਆਪ ਮੁਹਾਰੇ ਰਾਮਲੀਲਾ ਮੈਦਾਨ ਦੇ ਵਿੱਚ ਪਹੁੰਚ ਗਏ। ਇਹਨੂੰ ਸੰਬੋਧਨ ਕਰਦਿਆਂ ਹੋਇਆ ਇੱਕ ਇਤਿਹਾਸਕ ਭਾਸ਼ਣ ਦਿੱਤਾ ਜੈ ਪ੍ਰਕਾਸ਼ ਨਾਰਾਇਣ ਹੋਰਾਂ ਨੇ। ਜੇਪੀ ਦੇ ਤੌਰ ਤੇ ਵੀ ਉਹ ਜਾਣੇ ਜਾਂਦੇ ਨੇ, ਲੋਕ ਨਾਇਕ ਦੇ ਤੌਰ ਦੇ ਉੱਤੇ ਵੀ ਜਾਣੇ ਜਾਂਦੇ ਨੇ। ਉਹਨਾਂ ਨੇ ਰਾਮਧਾਰੀ ਸਿੰਘ ਦਿਨਕਰ ਦੀ ਇੱਕ ਕਵਿਤਾ ਜਿਹੜੀ ਕਿ ਅੱਜ ਵੀ ਬੜੀ ਜਗ੍ਹਾ ਦੇ ਉੱਤੇ ਕੋਟ ਕੀਤੀ ਜਾਂਦੀ ਆ, ਉਹ ਉਹਨਾਂ ਨੇ ਪੜ੍ਹੀ ਕਿ ਸਿੰਘਾਸਨ ਖਾਲੀ ਕਰੋ ਜਨਤਾ ਆਤੀ ਹੈ। ਇਹ ਉਹਨਾਂ ਨੇ ਜੋਸ਼ ਭਰ ਦਿੱਤਾ ਜਿਹੜੀ ਇਹ ਕਵਿਤਾ ਸੀ ਉੱਥੇ ਰਾਮਲੀਲਾ ਮੈਦਾਨ ਦੇ ਵਿੱਚ ਪੜ੍ਹ ਕੇ, ਔਰ ਇਉਂ ਲੱਗਣ ਲੱਗਿਆ ਕਿ ਹੁਣ ਕੋਈ ਰਾਹ ਨਹੀਂ ਬਚਦਾ ਇੰਦਰਾ ਗਾਂਧੀ ਹੋਰਾਂ ਦੇ ਕੋਲੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਿਨਾਂ। ਜੈ ਪ੍ਰਕਾਸ਼ ਨਾਰਾਇਣ ਹੋਰਾਂ ਨੇ ਇਹ ਵੀ ਕਿਹਾ ਕਿ ਇੰਦਰਾ ਗਾਂਧੀ ਹੋਰੀ ਸਵਾਰਥੀ ਨੇ ਤੇ ਮਹਾਤਮਾ ਗਾਂਧੀ ਹੋਰਾਂ ਦੇ ਆਦਰਸ਼ਾਂ ਤੋਂ ਉਹ ਭਟਕ ਗਏ ਨੇ। ਚਾਰ ਚੁਫੇਰੇ ਤੋਂ ਘਿਰੇ ਇੰਦਰਾ ਗਾਂਧੀ ਜਿਹੜੇ ਸੀਗੇ ਉਹਨਾਂ ਨੇ ਫਿਰ ਜਦੋਂ ਇਹ ਰਾਮਲੀਲਾ ਮੈਦਾਨ ਦੇ ਵਿੱਚ ਜੈ ਪ੍ਰਕਾਸ਼ ਨਾਰਾਇਣ ਦੀ ਖਤਮ ਹੁੰਦੀ ਆ, ਉਧਰ ਇਹ ਰੈਲੀ ਖਤਮ ਹੁੰਦੀ ਆ ਤੇ ਉਧਰ ਇੰਦਰਾ ਗਾਂਧੀ ਹੋਰੀ ਰਾਸ਼ਟਰਪਤੀ ਭਵਨ ਪਹੁੰਚ ਜਾਂਦੇ ਆ। ਕਿਸੇ ਨੂੰ ਇਹ ਭਿਣਕ ਨਹੀਂ ਪੈਂਦੀ ਕਿ ਇਹ ਜਿਹੜੀ ਹਿਲਜੁਲ ਹੋ ਰਹੀ ਆ ਪ੍ਰਧਾਨ ਮੰਤਰੀ ਹੋਰਾਂ ਦੇ ਦਫ਼ਤਰ ਦੇ ਵਿੱਚ। ਕਮਿਊਨੀਕੇਸ਼ਨ ਸਿਸਟਮ ਉਹਨਾਂ ਦਿਨਾਂ ਦੇ ਵਿੱਚ ਸਟਰੋਂਗ ਤਾਂ ਛੱਡੋ, ਤੁਸੀਂ ਹੈ ਹੀ ਨਹੀਂ ਸੀ ਇੰਨਾ। ਉਹੀ ਆਲ ਇੰਡੀਆ ਰੇਡੀਓ ਤੇ ਕੁਝ ਦੂਰਦਰਸ਼ਨ ਜਿਹੜਾ ਛੋਟੇ ਮੋਟੇ ਚੈਨਲ ਹੁੰਦੇ ਸੀਗੇ ਉਹੀ ਸੀਗੇ। ਬਾਕੀ ਜਿੰਨੇ ਚੈਨਲ ਨੇ ਤਾਂ ਬਹੁਤ ਬਾਅਦ ਦੇ ਵਿੱਚ ਆਉਂਦੇ ਆ। ਜਿਹੜੇ ਖੇਤਰੀ ਚੈਨਲ ਆਏ ਨੇ, ਦਿੱਲੀ ਤੋਂ ਇੱਕੋ ਜਿਹੜਾ ਦੂਰਦਰਸ਼ਨ ਹੁੰਦਾ ਸੀ ਕੁਝ ਘੰਟਿਆਂ ਦੇ ਵਾਸਤੇ ਪ੍ਰਸਾਰਿਤ ਹੁੰਦਾ, ਜਾਂ ਆਲ ਇੰਡੀਆ ਰੇਡੀਓ ਵੀ ਕੁਝ ਘੰਟਿਆਂ ਲਈ ਪ੍ਰਸਾਰਿਤ ਹੁੰਦਾ ਸੀਗਾ। ਉਦੋਂ ਰਾਸ਼ਟਰਪਤੀ ਸੀਗੇ ਫਖਰੁਦੀਨ ਅਲੀ ਅਹਿਮਦ, ਔਰ ਫਖਰੁਦੀਨ ਅਲੀ ਅਹਿਮਦ ਹੋਰਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਮਨਾ ਲਿਆ ਇਸ ਗੱਲ ਦੇ ਵਾਸਤੇ ਕਿ ਮੁਲਕ ਦੇ ਵਿੱਚ ਐਮਰਜੈਂਸੀ ਜਿਹੜੀ ਉਹ ਲਾਈ ਜਾਵੇ, ਔਰ ਉਹਨਾਂ ਤੋਂ ਸਾਈਨ ਕਰਾ ਲਏ ਇਹਦੇ ਉੱਤੇ ਫਖਰੁਦੀਨ ਅਲੀ ਅਹਿਮਦ ਤੋਂ। ਉਂਝ ਵੀ ਰਾਸ਼ਟਰਪਤੀ ਦਾ ਉਹਦਾ ਸਭ ਨੂੰ ਪਤਾ ਹੈ ਕਿ ਸਾਈਨ ਕਰਨ ਵਾਲਾ ਹੀ ਆ, ਉਹ ਨਾ ਤਾਂ ਕਰ ਨਹੀਂ ਸਕਦੇ। 26 ਜੂਨ ਸਵੇਰੇ 6 ਵਜੇ ਇੰਦਰਾ ਗਾਂਧੀ ਹੋਰਾਂ ਨੇ ਮੰਤਰੀ ਮੰਡਲ ਦੀ ਐਮਰਜੈਂਸੀ ਮੀਟਿੰਗ ਸੱਦੀ। ਉਦੋਂ ਤੱਕ ਵੀ ਨਹੀਂ ਸੀ ਪਤਾ ਕਿ ਮੁਲਕ ਦੇ ਵਿੱਚ ਕੀ ਹੋ ਰਿਹਾ, ਇੰਦਰਾ ਗਾਂਧੀ ਹੋਰੀ ਕੀ ਕਰ ਰਹੇ ਨੇ। ਉਹਨਾਂ ਨੇ ਕਿਸੇ ਮੰਤਰੀ ਨੂੰ ਇਹਦੀ ਭਿਣਕ ਨਹੀਂ ਪੈਣ ਦਿੱਤੀ, ਕਿਸੇ ਖਾਸਮ ਖਾਸ ਨੂੰ ਵੀ ਭਿਣਕ ਨਹੀਂ ਪੈਣ ਦਿੱਤੀ। ਔਰ ਉਦੋਂ ਤੱਕ ਵੀ ਦੇਸ਼ ਨੂੰ ਇਹ ਨਹੀਂ ਸੀ ਪਤਾ ਕਿ ਇਹ ਕੋਈ ਇਸ ਤਰ੍ਹਾਂ ਦਾ ਫੈਸਲਾ ਆ ਰਿਹਾ। ਮੰਤਰੀ ਮੰਡਲ ਨੂੰ ਵੀ ਨਹੀਂ ਸੀ ਜਿਹੜਾ ਉਹ ਪਤਾ। ਅੱਧਾ ਘੰਟਾ ਇਹ ਕੈਬਨਿਟ ਦੀ ਮੀਟਿੰਗ ਚੱਲੀ, ਜਿਹੜੀ ਐਮਰਜੈਂਸੀ ਮੀਟਿੰਗ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਉਦੋਂ ਦੇ ਇੰਦਰਾ ਗਾਂਧੀ ਹੋਰਾਂ ਨੇ ਆਕਾਸ਼ਵਾਣੀ ਜਿਹੜਾ ਆਲ ਇੰਡੀਆ ਰੇਡੀਓ ਸੀਗਾ ਉਹਦੇ ਉੱਤੇ ਦੇਸ਼ ਨੂੰ ਸੰਬੋਧਨ ਕੀਤਾ ਤੇ ਉਹਦੇ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਕਿ ਮੁਲਕ ਦੇ ਵਿੱਚ ਐਮਰਜੈਂਸੀ ਲਾਈ ਜਾਂਦੀ ਆ। ਇਹਦੇ ਨਾਲ ਆਜ਼ਾਦ ਭਾਰਤ ਦੇ ਇਤਿਹਾਸ ਦੇ ਵਿੱਚ ਇਹ ਕਾਲਾ ਦੌਰ ਸੀਗਾ ਲੋਕਤੰਤਰ ਦਾ। ਵਿਰੋਧੀ ਧਿਰਾਂ ਦੇ ਨੇਤਾ ਸਣੇ ਕਾਂਗਰਸ ਦੇ ਕੁਝ ਨੇਤਾ ਜਿਹੜੇ ਟੀਫੀ ਕਰਦੇ ਸੀ ਉਹ ਚੁੱਕ ਕੇ ਜੇਲ੍ਹਾਂ ਦੇ ਵਿੱਚ ਸੁੱਟ ਦਿੱਤੇ ਗਏ, ਔਰ ਪ੍ਰੈਸ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ। ਜਿਹੜੇ ਆਮ ਨਾਗਰਿਕ ਸੀ ਉਹਨਾਂ ਦੇ ਅਧਿਕਾਰ ਖੋਲੇ ਗਏ। ਕੋਈ ਲਿਖ ਨਹੀਂ ਸੀ ਸਕਦਾ, ਕੋਈ ਬੋਲ ਨਹੀਂ ਸੀ ਸਕਦਾ। ਦੇਸ਼ ਦੇ ਵਿੱਚ ਲੋਕਤੰਤਰ ਬਿਲਕੁਲ ਖਤਮ ਕਰ ਦਿੱਤਾ ਗਿਆ। ਅਗਲੇ ਦਿਨ ਮੁਲਕ ਦੇ ਵਿੱਚ ਅਖਬਾਰਾਂ ਨਹੀਂ ਛਪੀਆਂ ਕਿਉਂਕਿ ਅਖਬਾਰਾਂ ਦੇ ਦਫ਼ਤਰਾਂ ਦੀ ਲਾਈਟ ਜਿਹੜੀ ਸੀ ਉਹ ਕੱਟ ਦਿੱਤੀ ਗਈ। ਜਿਹੜੇ ਅਖਬਾਰ ਛਪੇ ਉਹਨਾਂ ਦੇ ਉੱਤੇ ਸਖਤ ਪਾਬੰਦੀਆਂ ਸੀ। ਅਖਬਾਰਾਂ ਦੇ ਵਿੱਚ ਕੀ ਛਪੂਗਾ,
ਕੀ ਨਹੀਂ, ਇਹਦੇ ਵਾਸਤੇ ਸਰਕਾਰ ਨੇ ਅਖਬਾਰਾਂ ਦੇ ਦਫ਼ਤਰਾਂ ਦੇ ਵਿੱਚ ਆਪਣੇ ਅਫਸਰਾਂ ਦੀ ਡਿਊਟੀ ਲਾਤੀ, ਜਿਹੜੀ ਕਿ ਨਿਗਾਹ ਰੱਖਣਗੇ ਕਿਹੜੀ ਖਬਰ ਲਾਉਣੀ ਆ, ਕਿਹੜੀ ਖਬਰ ਨਹੀਂ ਲਾਉਣੀ, ਐਡੀਟੋਰੀਅਲ ਲਿਖਣਾ ਨਹੀਂ ਲਿਖਣਾ, ਕੀ ਕਰਨਾ ਕੀ ਨਹੀਂ। ਐਮਰਜੈਂਸੀ ਦੇ ਦੌਰਾਨ ਇੰਦਰਾ ਗਾਂਧੀ ਹੋਰਾਂ ਦੇ ਛੋਟਾ ਬੇਟਾ ਜਿਹੜਾ ਸੀਗਾ ਸੰਜੇ ਗਾਂਧੀ, ਉਹਨੇ ਨਸਬੰਦੀ ਦਾ ਪ੍ਰੋਗਰਾਮ ਚਲਾਇਆ। ਫੜ ਕੇ ਲੋਕਾਂ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਨਸਬੰਦੀ ਕੀਤੀ ਗਈ। ਇਹ ਕਿਹਾ ਗਿਆ ਕਿ ਪਾਪੂਲੇਸ਼ਨ ਕੰਟਰੋਲ ਕਰਨ ਦਾ ਇਹੀ ਇੱਕ ਤਰੀਕਾ ਹੈ। ਲੱਖਾਂ ਲੋਕ ਜਿਹੜੇ ਸੀਗੇ ਉਹ ਫੜ ਕੇ ਜੇਲ੍ਹਾਂ ਦੇ ਵਿੱਚ ਡੱਕ ਦਿੱਤੇ ਗਏ। ਪੂਰਾ ਮੁਲਕ ਇੱਕ ਜੇਲ੍ਹ ਬਣ ਗਿਆ। ਇਹਦੇ ਦੌਰਾਨ ਇੰਦਰਾ ਗਾਂਧੀ ਹੋਰਾਂ ਨੇ ਕਈ ਨਵੇਂ ਕਾਨੂੰਨ ਲਿਆ ਕੇ ਸੰਵਿਧਾਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਵੀ ਜਿਹੜੀ ਸੀ ਉਹ ਕੀਤੀ। ਔਰ 21 ਮਹੀਨੇ ਇਹ ਐਮਰਜੈਂਸੀ ਜਿਹੜੀ ਸੀਗੀ ਉਹ ਮੁਲਕ ਦੇ ਵਿੱਚ ਰਹੀ। ਜਨਵਰੀ 1977 ਦੇ ਵਿੱਚ ਇਹ ਐਲਾਨ ਕੀਤਾ ਗਿਆ ਕਿ 16 ਮਾਰਚ ਨੂੰ ਦੇਸ਼ ਦੇ ਵਿੱਚ ਚੋਣਾਂ ਹੋਣਗੀਆਂ। ਦੇਸ਼ ਦੇ ਵਿੱਚ ਚੋਣਾਂ ਹੋਈਆਂ। ਇੰਦਰਾ ਗਾਂਧੀ ਹੋਰਾਂ ਨੂੰ ਜਨਤਾ ਨੇ ਐਮਰਜੈਂਸੀ ਦਾ ਸਬਕ ਸਿਖਾਤਾ। ਇੰਦਰਾ ਗਾਂਧੀ ਤੇ ਸੰਜੇ ਗਾਂਧੀ ਦੋਨੋਂ ਚੋਣਾਂ ਹਾਰ ਗਏ। ਇਸ ਤੋਂ ਬਾਅਦ 21 ਮਾਰਚ 1977 ਨੂੰ ਐਮਰਜੈਂਸੀ ਖਤਮ ਹੋ ਗਈ। ਦੇਸ਼ ਦੇ ਵਿੱਚ ਇਹ ਕਾਲਾ ਸਮਾਂ ਸੀਗਾ ਜਿਹੜਾ ਅੱਜ ਵੀ ਯਾਦ ਕੀਤਾ ਜਾਂਦਾ, ਠੀਕ ਹੈ। ਇਤਿਹਾਸ ਦੇ ਇਹ ਪੰਨੇ ਸਨ। ਅੱਜ ਕੁਝ ਖਾਸ ਤੌਰ ਦੇ ਉੱਤੇ ਯਾਦ ਜਿਹੜਾ ਉਹ ਕੀਤਾ ਜਾਂਦਾ, ਉਹਦੇ ਕਾਰਨ ਤੁਸੀਂ ਸਾਰੇ ਜਾਣਦੇ ਹੋ। ਆਪਾਂ ਇੰਨਾ ਕੁਝ ਪਿਛਲੇ ਦਿਨਾਂ ਤੋਂ ਸਾਂਝਾ ਕਰਦੇ ਰਹੇ ਹਾਂ। ਅਦਾਲਤਾਂ ਦੇ ਵਿੱਚ ਉਹ ਦੀਸ਼ਾ ਰਾਵੀ ਵਾਲਾ ਮਾਮਲਾ ਹੈ, ਉਹ JNU ਦੇ ਸਟੂਡੈਂਟ ਵਾਲਾ ਮਾਮਲਾ ਹੈ। ਅੱਜ ਚਲੋ ਇਹ ਸੋਸ਼ਲ ਮੀਡੀਆ ਦਾ ਯੁੱਗ ਹੈ। ਸੋਸ਼ਲ ਮੀਡੀਆ ਦੇ ਉੱਤੇ ਕਿਸ ਕਿਸਮ ਦੀਆਂ ਪਾਬੰਦੀਆਂ ਜਿਹੜੀਆਂ ਉਹ ਆ ਰਹੀਆਂ ਨੇ, ਉਹ ਸਭ ਦੇ ਜਿਹੜਾ ਉਹ ਸਾਹਮਣੇ ਨੇ। ਮੈਂ ਤਾਂ ਇਹ ਗੱਲ ਕਹੀ ਸੀਗੀ ਕਿ ਜਿਹੜਾ ਇਤਿਹਾਸ ਹੈ ਉਹਨੂੰ ਇੱਕ ਤਾਂ ਯਾਦ ਰੱਖਣਾ ਜ਼ਰੂਰੀ ਹੁੰਦਾ। ਜਿਹੜਾ ਚੰਗੀ ਚੀਜ਼ ਆ ਉਹਨੂੰ ਤਾਂ ਕਰਕੇ ਯਾਦ ਰੱਖਣਾ ਜ਼ਰੂਰੀ ਹੈ ਕਿ ਜਦੋਂ ਅੱਗੋਂ ਜ਼ਰੂਰਤ ਪਏ ਉਹਨੂੰ ਕੋਡ ਕਰਕੇ ਉਹੋ ਜਿਹਾ ਕੁਝ ਸਿੱਖ ਕੇ ਕੀਤਾ ਜਾ ਸਕੇ। ਜਿਹੜਾ ਕੋਈ ਕਾਲਾ ਦੌਰ ਹੈ, ਜਿਵੇਂ ਐਮਰਜੈਂਸੀ ਦੀ ਗੱਲ ਹੈ, ਉਹਨੂੰ ਇਸ ਕਰਕੇ ਯਾਦ ਰੱਖਣਾ ਜ਼ਰੂਰੀ ਹੈ ਕਿ ਅੱਗੋਂ ਜਿਹੜੀ ਇਹੋ ਜਿਹੀ ਸਥਿਤੀ ਪੈਦਾ ਨਾ ਹੋਵੇ। ਬੋਲਣ ਵਾਲੇ ਲੋਕ ਜਿਹੜੇ ਨੇ ਉਹ ਬੋਲਦੇ ਰਹਿਣ, ਘੱਟੋ ਘੱਟ ਜਿਹੜੇ ਉਦੋਂ ਬੋਲੇ। ਹੁਣ ਕਿਸਾਨ ਵੀ ਇਹਨੂੰ ਮਨਾ ਰਹੇ ਆ, ਇਸ ਚੀਜ਼ ਨੂੰ ਐਮਰਜੈਂਸੀ ਦੇ ਤੌਰ ਦੇ ਉੱਤੇ। ਤੁਸੀਂ ਦੇਖਣਾ ਸਰਕਾਰ ਵੀ ਇਹ ਕਹੂਗੀ ਕਿ ਉਹ ਕਾਲਾ ਦੌਰ ਸੀਗਾ ਐਮਰਜੈਂਸੀ ਦਾ, ਉਹ ਨਹੀਂ ਸੀ ਹੋਣਾ ਚਾਹੀਦਾ। ਜਿਹੜੀ ਲਿਖਣ ਬੋਲਣ ਦੇ ਉੱਤੇ ਪਾਬੰਦੀ ਤਾਂ ਸ਼ੁਰੂ ਤੋਂ ਰਹੀ ਹੈ। ਹਾਕਮ ਕੋਈ ਵੀ ਹੋਵੇ, ਚਾਹੇ ਮੈਂ ਤੁਹਾਨੂੰ ਗੱਲ ਕੀਤੀ ਹੈ ਕਿ ਆਪਾਂ ਜੇ ਇਤਿਹਾਸ ਦੀ ਗੱਲ ਕਰਦੇ ਹਾਂ, ਮੁਗਲ ਸਾਮਰਾਜ ਦੀ ਗੱਲ ਕਰਦੇ ਹਾਂ, ਜੇ ਉਸ ਟਾਈਮ ਦੇ ਉੱਤੇ ਜਿਹੜੇ ਲੋਕ ਬੋਲੇ ਉਹ ਸਭ ਨੂੰ ਪਤਾ ਕਿ ਕਿਵੇਂ ਉਹ ਭੁਗਤਣਾ ਪਿਆ। ਜੇ ਆਪਾਂ ਸਿੱਖ ਇਤਿਹਾਸ ਦੀ ਗੱਲ ਦੇ ਉੱਤੇ ਆ ਜਾਂਦੇ ਹਾਂ ਤੇ ਉਹਦੇ ਦੌਰਾਨ ਵੀ ਇਹੀ ਸਾਰਾ ਕੁਝ ਜਿਹੜਾ ਭੁਗਤਣਾ ਪਿਆ। ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਵਾਲੇ ਇਤਿਹਾਸ ਦੇ ਉੱਤੇ ਆ ਜਾਓ, ਉਹ ਲੜਦੇ ਰਹੇ। ਉਹਨਾਂ ਨੂੰ ਇਸ ਕਰਕੇ ਬਾਰ-ਬਾਰ ਯਾਦ ਕਰਨਾ ਜ਼ਰੂਰੀ ਹੈ ਕਿ ਉਹਨਾਂ ਨੇ ਮਜਾਰੇ ਜਿਹੜੇ ਸੀ ਉਹਨਾਂ ਨੂੰ ਮਾਲਿਕਾਨਾ ਹੱਕ ਜਿਹੜੇ ਉਹ ਦਵਾਏ। ਕੋਈ ਨਾ ਕੋਈ ਤਾਂ ਜਿਹੜਾ ਉਹ ਉੱਠਦਾ ਰਿਹਾ, ਉਹ ਬੋਲਦਾ ਰਿਹਾ। ਅੱਜ ਬੇਸ਼ੱਕ ਜਿਹੜੇ ਬੋਲਣ ਵਾਲੇ ਲੋਕ ਨੇ ਉਹਨਾਂ ਦੀ ਨਾ ਕਦਰ ਪੈਂਦੀ ਹੋਵੇ, ਉਹਨਾਂ ਦੇ ਉੱਤੇ ਵੱਖੋ ਵੱਖਰੇ ਠੱਪੇ ਲੱਗਦੇ ਹੋਣ, ਪਰ ਜਿਵੇਂ ਆਪਾਂ ਅੱਜ ਗੱਲ ਕਰ ਰਹੇ ਹਾਂ ਕਿ ਉਦੋਂ ਕਿਹੜੇ ਲੋਕ ਬੋਲੇ ਸੀਗੇ, ਉਹ ਸਮਾਂ ਆਊਗਾ ਜਦੋਂ ਅਸੀਂ ਨਹੀਂ ਹੋਵਾਂਗੇ। ਉਸ ਟਾਈਮ ਜਿਹੜੀਆਂ ਅਗਲੀਆਂ ਪੀੜ੍ਹੀਆਂ ਨੇ ਉਹ ਲੱਭਣਗੀਆਂ ਕਿ ਜਦੋਂ ਇਹੋ ਜਿਹੇ ਦਿਨ ਚੱਲਦੇ ਸੀ ਉਦੋਂ ਕਿਹੜੇ ਲੋਕ ਜਿਹੜੇ ਉਹ ਬੋਲਦੇ ਹੁੰਦੇ ਸੀ, ਉਹਨਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀਗਾ। ਮੈਂ ਕਈ ਵਾਰੀ ਇਹ ਗੱਲ ਕਹਿੰਦਾ ਕਿ ਇਹ ਚੀਜ਼ਾਂ ਜਦੋਂ ਲੋਕ ਪੜ੍ਹਨ ਸੁਣਨਗੇ ਤੇ ਉਹ ਹੈਰਾਨ ਰਹਿਣਗੇ ਕਿ ਇੰਨੇ ਤਾਪਮਾਨ ਦੇ ਵਿੱਚ, ਇੰਨੇ ਮਾਈਨਸ ਤਾਪਮਾਨ ਦੇ ਵਿੱਚ, ਗੜੇ, ਮੀਂਹ, ਹਨੇਰੀ ਤੇ ਪਲੱਸ ਤਾਪਮਾਨ ਦੇ ਵਿੱਚ ਵੀ ਲੋਕ ਜਿਹੜੇ ਉਹ ਬੈਠੇ ਰਹੇ ਸਨ, ਉਹ ਸੰਘਰਸ਼ ਕਰ ਰਹੇ ਸਨ, ਉਹ ਆਪਣੇ ਹੱਕਾਂ ਦੇ ਵਾਸਤੇ ਜਿਹੜੇ ਉਹ ਲੜ ਰਹੇ ਸਨ। ਤੋ ਇਤਿਹਾਸ ਲਿਖਿਆ ਜਾਊਗਾ, ਕਿਸੇ ਸਮੇਂ ਲਿਖਿਆ ਜਾਊਗਾ। ਜਿਹੜੇ ਅੱਜ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਉਹ ਵੱਖ-ਵੱਖ ਧਾਰਾਵਾਂ ਦੇ ਤਹਿਤ ਜਿਹੜੇ ਉਹ ਅੰਦਰ ਦਿੱਤੇ ਹੋਏ ਨੇ। ਕੁਝ ਉਹਨਾਂ 'ਚ ਬੜੀ ਵਡੇਰੀ ਉਮਰ ਦੇ ਵੀ ਨੇ, ਕੁਝ ਨੌਜਵਾਨ ਨੇ, ਸਟੂਡੈਂਟ ਨੇ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਹੈ। ਪਰ ਇਹ ਸਾਰਾ ਕੁਝ ਇਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਚੱਲਦਾ ਰਿਹਾ। ਇਤਿਹਾਸ ਯਾਦ ਰੱਖਣਾ ਬੜਾ ਜ਼ਰੂਰੀ ਹੈ। ਜੇ ਤੁਹਾਨੂੰ ਲੱਗੇ ਕਿ ਇਹ ਜਿਹੜੀ ਐਮਰਜੈਂਸੀ ਵਾਲੀ ਜਿਹੜੀ ਗੱਲਬਾਤ ਹੈ, ਇਹਨੂੰ ਇਸ ਕਰਕੇ ਯਾਦ ਰੱਖਣਾ ਜ਼ਰੂਰੀ ਹੈ ਕਿ ਉਹ ਕੈਸਾ ਦੌਰ ਸੀ ਔਰ ਕਿਹੜੇ ਲੋਕ ਉਦੋਂ ਬੋਲੇ ਸੀ, ਤਾਂ ਇਹ ਗੱਲ ਜਿਹੜੀ ਤੁਸੀਂ ਅੱਗੇ ਇਸ ਪੁਆਇੰਟ, ਮੈਂ ਨਹੀਂ ਇਹ ਕਹਿੰਦਾ ਕਿ ਤੁਸੀਂ ਮੇਰੀ ਵੀਡੀਓ ਸ਼ੇਅਰ ਕਰਨੀ ਹੈ। ਇਹ ਇਤਿਹਾਸ ਨੂੰ, ਚਾਹੇ ਉਹ ਐਮਰਜੈਂਸੀ ਵਾਲਾ ਹੈ, ਚਾਹੇ ਕੋਈ ਵੀ ਜਿਹੜਾ ਇਤਿਹਾਸ ਹੈ, ਉਹਦਾ ਚੰਗਾ ਮਾੜਾ ਪੱਖ
ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਦੱਸਦੇ ਜ਼ਰੂਰ ਰਹੋ, ਤਾਂ ਕਿ ਉਹ, ਜੇ ਅਸੀਂ ਕਿਸੇ ਤੋਂ ਸਿੱਖਿਆ, ਅਸੀਂ ਆਪਣੇ ਟੀਚਰ ਸਾਹਿਬਾਨ ਤੋਂ ਸਿੱਖਿਆ, ਇਹ ਇਸ ਤਰ੍ਹਾਂ ਦਾ ਖਜ਼ਾਨਾ, ਇਹਨੂੰ ਕੋਈ ਚੋਰੀ ਨਹੀਂ ਕਰ ਸਕਦਾ, ਇਹਨੂੰ ਕੋਈ ਨਹੀਂ ਲੈ ਸਕਦਾ। ਜਿਹੜੀ ਮੇਰੀ ਨੌਲੇਜ ਹੈ ਉਹਨੂੰ ਕੋਈ ਚੋਰੀ ਨਹੀਂ ਕਰ ਸਕਦਾ, ਪਰ ਜਿਹੜੀ ਮੇਰੀ ਨੌਲੇਜ ਹੈ ਜਾਂ ਜਿੰਨੀ ਕੁ ਜਾਣਕਾਰੀ ਹੈ ਉਹਨੂੰ ਮੈਂ ਆਪਣੇ ਤੱਕ ਜੇ ਸੀਮਿਤ ਕਰਕੇ ਜਿਹੜਾ ਉਹ ਰੱਖ ਲਵਾਂ, ਉਹ ਇੱਕ ਇਤਿਹਾਸ ਦੇ ਨਾਲ ਗੱਦਾਰੀ ਵਰਗੀ ਜਿਹੜੀ ਉਹ ਗੱਲ ਹੋਊਗੀ। ਉਹ ਮੈਕਸਿਮਮ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ, ਜਿੰਨੀ ਵੀ ਜਾਣਕਾਰੀ, ਉਹ ਬਸ਼ਰਤੇ ਉਹ ਸਹੀ ਹੋਵੇ, ਤੱਥਾਂ ਦੇ ਉੱਤੇ ਆਧਾਰ ਜਿਹੜੀ ਉਹ ਜਾਣਕਾਰੀ ਹੋਵੇ, ਉਹ ਪਹੁੰਚਣੀ ਚਾਹੀਦੀ ਹੈ, ਤਾਂ ਕਿ ਮੇਰੇ ਸਮਕਾਲੀ, ਮੇਰੇ ਨਾਲ ਵਾਲੇ ਜਾਂ ਉਹਨਾਂ ਦੀਆਂ ਜਿਹੜੀਆਂ ਅਗਲੀਆਂ ਜਨਰੇਸ਼ਨ, ਉਹ ਵੀ ਉਹਨਾਂ ਨੂੰ ਦੱਸ ਸਕਣ ਕਿ ਆਹ ਕੁਛ ਇਹਨਾਂ ਦਿਨਾਂ ਦੇ ਦੌਰਾਨ ਹੋਇਆ ਸੀ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।